ਹੈਲੋ एवरीवन ਅੱਜ ਆਪਾਂ ਕਰਨ ਜਾ ਰਹੇ ਹਾਂ ਫਾਰਮਲ ਲੈਟਰਸ ਜਿਹੜੇ ਆਪਣੇ ਸੈਪਟੈਂਬਰ ਐਗਜ਼ਾਮਸ ਦੇ ਵਿੱਚ ਹੈਗੇ ਨੇ। ਪੂਰੀ ਹੀਟ ਪੇ ਕਰਿਓ, ਅਟੈਂਸ਼ਨ ਨਾਲ ਦੇਖਿਓ, ਤੁਹਾਨੂੰ ਦੱਸੂਗੀ ਕੀ ਇਹਦਾ ਪੈਟਰਨ ਹੈ, ਕਿਵੇਂ ਲਿਖਣਾ ਹੈ। ਠੀਕ ਹੈ, ਈਜ਼ੀ ਹੁੰਦਾ ਹੈ। ਇਹਦੇ ਵਿੱਚ ਫਾਰਮੈਟ ਬਹੁਤ ਜ਼ਿਆਦਾ ਮੈਟਰ ਕਰਦਾ ਹੈ, ਤਾਂ ਫਾਰਮੈਟ ਬਿਲਕੁਲ ਕਰੈਕਟ ਹੋਣਾ ਚਾਹੀਦਾ, ਤਾਂ ਹੀ ਤੁਹਾਨੂੰ ਨੰਬਰ ਮਿਲਣਗੇ। ਠੀਕ ਹੈ, लैंग्वेज ਤੁਸੀਂ ਆਪਣੀ ਈਜ਼ੀ ਵੀ ਰੱਖ ਸਕਦੇ ਹੋ, ਗ੍ਰਾਮਰ ਸਹੀ ਹੋਣੀ ਚਾਹੀਦੀ ਹੈ, ਕੋਈ ਮਿਸਟੇਕ ਨਹੀਂ ਹੋਣੀ ਚਾਹੀਦੀ। ਤਾਂ ਲੈਟਸ ਸਟਾਰਟ। ਇਮੈजिन ਯੂ ਆਰ ਹਿਮਾਲਿਆ, ਰਾਈਟ ਅ ਲੈਟਰ ਟੂ ਦ ਡਿਪਟੀ ਕਮਿਸ਼ਨਰ ਆਫ योर डिस्ट्रिक्ट मेकिंग आउट केस फॉर द ओपनिंग ऑफ अ डिस्पेंसरी इन योर एरिया। ਕਹਿੰਦੇ ਇਮੈजिन ਕਰੋ ਕਿ ਤੁਸੀਂ ਹਿਮਾਲਿਆ ਹੋ ਅਤੇ ਆਪਣੇ ਡਿਸਟ੍ਰਿਕਟ, ਆਪਣੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ, DC ਨੂੰ ਇੱਕ ਲੈਟਰ ਲਿਖੋ, ਇੱਕ ਪੱਤਰ ਲਿਖੋ, ਜਿਹਦੇ ਵਿੱਚ ਤੁਸੀਂ ਦੱਸ ਰਹੇ ਹੋ ਕਿ ਸਾਨੂੰ ਇੱਕ डिस्पेंसरी चाहिए है एरिया दे विच, इसलिए वो खुलवाई जाए। सब तो पहला एड्रैस लिख दो। ठीक है, एड्रैस लिखोगे किदा है, सेंडर्स एड्रैस। फिर किदा एड्रैस है, रिसीवर्स एड्रैस। फिर आ जाएगा सब्जेक्ट, फिर क्या आएगा सर। हुण सर है, मैडम भी हो सकता है। वी द रेजिडेंट्स ऑफ विलेज तिहारा, कहते असी जिहड़े हाँ रेजिडेंट्स हाँ तिहारा विलेज दे तहसील जगराऊं, विश टू ड्रॉ योर अटेंशन फॉर द फेवरेबल एंड सिंपैथेटिक कंसीडरेशन टूवर्ड्स एन इंपॉर्टेंट सोशल नीड ऑफ द रेजिडेंट्स ऑफ दिस एरिया। कहते असी इस एरिया ਦੇ ਰਹਿਣ ਵਾਲੇ ਹਾਂ ਅਤੇ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਸਾਡੇ ਮਾਮਲੇ ਵੱਲ, ਸਾਡੀ ਜਿਹੜੀ ਮੰਗ ਹੈ ਉਸ ਵੱਲ ਧਿਆਨ ਦਿਓਗੇ, ਮਤਲਬ ਉਹ ਆਪਣੀ ਮੰਗ ਦੇ ਦੱਸਣਗੇ। ਠੀਕ ਹੈ, ਆਰ ਵਿਲੇਜ ਇਜ਼ ਲੋਕੇਟਡ ਇਨ ਦ ਫਾਰ ਫਲੰਗ ਏਰੀਆ ਆਫ ਡਿਸਟ੍ਰਿਕਟ ਲੁਧਿਆਣਾ। ਕਹਿੰਦਾ ਸਾਡਾ ਜਿਹੜਾ ਪਿੰਡ ਹੈ ਉਹ ਡਿਸਟ੍ਰਿਕਟ ਲੁਧਿਆਣਾ ਤੋਂ ਬਹੁਤ ਜ਼ਿਆਦਾ दूर है, 12 किलोमीटर है। ठीक है, फ्रॉम द नियरेस्ट तहसील हेडक्वार्टर्स आई दैट इज़ जगराऊं। इट हैज़ 1 सेकेंडरी स्कूल, 1 मिडल स्कूल, एक सैकेंडरी स्कूल है, एक मिडल स्कूल है फॉर बॉयज़ ते गर्ल्स दोनों लिए है, एंड अ सब पोस्ट ऑफिस। इट हैज़ अ पॉपूलेशन ओवर 11,000 पर्सन, 11,000 तो वध दी आबादी है। बट सैडली देयर इज़ नो डिस्पेंसरी इन दिस विलेज और एनी विलेज अराउंड फॉर 6 किलोमीटर्स। कहते ना ही साडे पिंड विच ते ना ही किसी आले दुआले दे पिंड विच 6 किलोमीटर तक कोई भी डिस्पेंसरी हैगी है। द रेजिडेंट्स हैव टू अंडरगो मच ट्रबल एंड इनकनवीनियंस एवरी टाइम देयर इज़ एनी मैडिकल एमरजेंसी। तो कहते जब भी कोई मैडिकल ਐਮਰਜੈਂਸੀ ਆਉਂਦੀ ਹੈ ਤਾਂ ਜਿਹੜੇ ਇੱਥੇ ਦੇ ਰਹਿਣ ਵਾਲੇ ਲੋਕ ਨੇ, ਜਿਹੜੇ ਰੈਜ਼ੀਡੈਂਟਸ ਮਤਲਬ ਉੱਥੇ ਪਿੰਡ ਦੇ ਰਹਿਣ ਵਾਲੇ ਨੇ, ਉਹਨਾਂ ਨੂੰ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੇ ਹੈਵ ਟੂ ਟੇਕ ਦੇਅਰ ਪੇਸ਼ੈਂਟਸ ਆਲ ਦ ਵੇ ਟੂ ਸਿਵਲ ਹਸਪੀਟਲ ਇਨ ਜਗਰਾਉਂ। ਸੀਰੀਅਸ ਪੇਸ਼ੈਂਟਸ ਹੈਵ ਟੂ ਬੀ ਟੇਕਨ ਟੂ ਗਵਰਨਮੈਂਟ ਹਸਪੀਟਲ ਲੁਧਿਆਣਾ। ਕਹਿੰਦੇ ਉਹਨਾਂ ਨੂੰ ਕਿਆ ਕਰਨਾ ਪੈਂਦਾ ਹੈ, ਆਪਣੇ ਜਿਹੜੇ ਪੇਸ਼ੈਂਟਸ ਹੈ ਉਹਨਾਂ ਨੂੰ ਸਿਵਲ ਹਸਪੀਟਲ ਜਗਰਾਉਂ ਤੱਕ ਲੈ ਕੇ ਜਾਣਾ ਪੈਂਦਾ ਹੈ, ਅਤੇ ਜਿਹੜੇ ਸੀਰੀਅਸ ਪੇਸ਼ੈਂਟਸ ਨੇ ਉਹਨਾਂ ਨੂੰ ਲੁਧਿਆਣੇ ਤੱਕ। ਡਿਊਰਿੰਗ ਦ ਰੇਨੀ ਸੀਜ਼ਨ ਥਿੰਗਸ ਬਿਕਮ ਈਵਨ ਵਰਸ। ਅਨਕੁਆਲੀਫਾਈਡ ਐਂਡ ਅਨਟ੍ਰੇਨਡ ਡਾਕਟਰਸ ਟੇਕ ਫੁੱਲ ਐਡਵਾਂਟੇਜ ਆਫ ਇਟ ਐਂਡ ਪਲੇ ਹੈਵਕ ਵਿਦ ਦ ਲਾਈਵਸ ਆਫ ਦ ਪੂਅਰ ਰੂਰਲ ਫੋਕਸ। ਕਹਿੰਦੇ ਜਦੋਂ ਮੀਂਹ ਹੁੰਦਾ ਹੈ ਫਿਰ ਤਾਂ ਹੋਰ ਵੀ ਔਖਾ ਹੋ ਜਾਂਦਾ ਹੈ, ਅਤੇ ਜਦੋਂ ਅਨਕੁਆਲੀਫਾਈਡ ਅਤੇ ਅਨਟ੍ਰੇਨਡ ਡਾਕਟਰਸ, ਠੀਕ ਹੈ, ਪੂਰਾ ਫਾਇਦਾ ਚੱਕਦੇ ਨੇ ਇਸ ਸਿਚੁਏਸ਼ਨ ਦਾ, ਅਤੇ ਜਿਹੜੇ ਪੂਅਰ ਲੋਕ ਨੇ ਵਿਲੇਜ ਦੇ ਉਹਨਾਂ ਨੂੰ ਬਹੁਤ ਜ਼ਿਆਦਾ ਲੁੱਟਦੇ ਨੇ ਅਤੇ ਗਲਤ ਇਲਾਜ ਕਰਦੇ ਨੇ। ਮੈਨੀ ਓਲਡ ਪੀਪਲ, ਪ੍ਰੈਗਨੈਂਟ ਵੂਮੈਨ ਐਂਡ ਚਿਲਡਰਨ ਡਾਈ ਡਿਊ ਟੂ ਲੈਕ ਆਫ ਪ੍ਰੋਪਰ ਮੈਡੀਕਲ ਹੈਲਪ। ਕਹਿੰਦੇ ਕਈ ਬਜ਼ੁਰਗ ਆਦਮੀ, ਗਰਭਵਤੀ ਔਰਤਾਂ ਅਤੇ ਜਿਹੜੇ ਚਿਲਡਰਨ ਨੇ, ਜਿਹੜੇ ਬੱਚੇ ਨੇ, ਉਹ ਮਰ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਪ੍ਰੋਪਰ ਮੈਡੀਕਲ ਹੈਲਪ ਨਹੀਂ ਮਿਲਦੀ। ਦੇਅਰ ਇਜ਼ ਐਨ ਇਮੀਡੀਏਟ ਡੇਂਜਰ ਆਫ ਅ ਬ੍ਰੇਕ ਆਊਟ ਆਫ ਅ ਡਿਜ਼ੀਜ਼ ਲਾਈਕ ਡੇਂਗੂ ਔਰ ਮਲੇਰੀਆ। ਕਹਿੰਦੇ ਸਾਡੇ ਏਰੀਆ ਦੇ ਵਿੱਚ ਇੱਕ ਰਿਸਕ ਵੀ ਹੈ ਡੇਂਗੂ ਜਾਂ ਫਿਰ ਮਲੇਰੀਆ ਹੋਣ ਦਾ। We therefore request you to open a dispensary in our village with immediate effect। ਕਹਿੰਦੇ ਜਲਦ ਤੋਂ ਜਲਦ ਸਾਡੇ ਏਰੀਆ ਦੇ ਵਿੱਚ ਇੱਕ ਡਿਸਪੈਂਸਰੀ ਖੋਲ੍ਹੀ ਜਾਵੇ। The villagers are willing to provide the district administration with a suitable piece of land for the dispensary building। ਕਹਿੰਦੇ ਜਿਹੜੇ ਵਿਲੇਜਰਸ ਨੇ, ਜਿਹੜੇ ਪਿੰਡ ਦੇ ਰਹਿਣ ਵਾਲੇ ਲੋਕ ਨੇ, ਉਹ ਆਪਣੇ ਪਿੰਡ ਦਾ ਇੱਕ ਲੈਂਡ ਦਾ ਹਿੱਸਾ ਦੇਣ ਲਈ ਵੀ ਤਿਆਰ ਨੇ ਤਾਂ ਕਿ ਉੱਥੇ ਡਿਸਪੈਂਸਰੀ ਦੀ ਇੱਕ ਬਿਲਡਿੰਗ ਬਣਾਈ ਜਾਵੇ। ਵੀ ਹੋਪ ਯੂ ਵਿਲ ਕੰਸੀਡਰ ਆਰ ਰਿਕੁਐਸਟ ਸਿੰਪੈਥੈਟਿਕਲੀ ਐਂਡ ਟੇਕ ਅਪਰੋਪਰੀਏਟ ਐਕਸ਼ਨ ਐਟ ਦ अर्ਲੀਐਸਟ। ਕਹਿੰਦੇ ਅਸੀਂ ਇਹ ਉਮੀਦ ਕਰਦੇ ਹਾਂ, ਵੀ ਹੋਪ ਦੈਟ ਯੂ ਵਿਲ ਕੰਸੀਡਰ ਆਰ ਰਿਕੁਐਸਟ। ਸਾਡੀ ਜਿਹੜੀ ਰਿਕੁਐਸਟ ਹੈ, ਅਸੀਂ ਜਿਹੜੀ ਤੁਹਾਨੂੰ ਬੇਨਤੀ ਕੀਤੀ ਹੈ, ਇਸ ਨੂੰ ਤੁਸੀਂ ਮੰਨ ਲਓਗੇ ਸਿੰਪੈਥੈਟਿਕਲੀ, ਮਤਲਬ ਸਾਡੇ ਨਾਲ ਕਿਆ ਰੱਖੋਗੇ, ਦਇਆ ਭਾਵਨਾ ਰੱਖੋਗੇ, ਹਮਦਰਦੀ ਰੱਖੋਗੇ, ਅਤੇ ਐਪਰੋਪਰੀਏਟ ਯਾਨੀ ਕਿ ਬਿਲਕੁਲ ਸਹੀ ਐਕਸ਼ਨ ਲਓਗੇ ਜਿੰਨਾ ਜਲਦੀ ਹੋ ਸਕੇ ਓਨਾ। ਯੋਰਸ ਫੇਥਫੁਲੀ ਹਿਮਾਲਿਆ। ਹੁਣ ਇੱਥੇ ਹਿਮਾਲਿਆ ਲਿਖਣਾ अति आवश्यक है। ठीक है, इम्पॉर्टेंट है, वेरी इंपॉर्टेंट। क्यों है इम्पॉर्टेंट? बिकॉज नेम इज़ गिवन एंड यू मस्ट राइट इट। नेक्स्ट आ गया, इमेजिन योर पार्थ शिन, यू लिव एट मॉडल टाउन मोगा
Write a letter to the commissioner of your municipal corporation complaining about the insanitary conditions in your locality. मॉडल टाउन मोगा, सब तो पहला एड्रैस आ जाएगा सैंडर, फिर उस तो बाद रिसीवर दा एड्रैस द कमिश्नर म्यूनिसिपल कॉरपोरेशन मोगा, तो फिर आ जाएगा सब्जेक्ट कंप्लेंट अगेंस्ट इनसैनिटरी कंडीशंस. सर आई वुड लाइक टू ड्रॉ योर अटेंशन टूवर्ड द पुअर कंडीशन ऑफ द ड्रेनेज सिस्टम ऑफ द सिटी. ਉਹ ਕਹਿੰਦਾ ਹੈ ਵੀ ਮੈਂ ਤੁਹਾਡਾ ਧਿਆਨ ਸਾਡੀ ਸਿਟੀ ਦੀ ਪੂਅਰ ਕੰਡੀਸ਼ਨ ਆਫ ਡਰੇਨੇਜ ਸਿਸਟਮ, ਠੀਕ ਹੈ, ਜਿਵੇਂ ਪਾਣੀ ਦਾ ਜਿਹੜਾ ਨਿਕਾਹ ਹੈ ਉਹ ਆਈ ਡੋਂਟ ਨੋ ਦਾ ਐਕਚੁਅਲ ਵਰਡ ਵਟ ਇਜ਼ ਇਟ, ਮਤਲਬ ਪਾਣੀ ड्रेन मतलब तुम समझ गए ना राइट, नाले वगैरह च ड्रेन होंदा पानी. मोस्ट ऑफ द टाइम्स ड्रेन आर चोक्ड. इट सीम्स दैट द सैनिटरी इंस्पेक्टर्स ऑफ द म्यूनिसिपल कॉर्पोरेशन आर पेइंग लिटिल अटेंशन टू द सैनिटरी कंडीशंस ऑफ द सिटी रोड्स एंड ड्रेन्स. दिस was exposed even during the pre-monsoon showers recently when the choked drains proved the claim of the civic authorities hollow. Encroachers like vendors and influential people have only added to the misery of the commoners by playing havoc with the drainage system of the city. There are pits and ਪੋਟ ਹੋਲਸ ਔਨ ਆ ਦੇਖੋ ਮੈਂ ਮੇਨ ਵਰਡ ਦੱਸ ਦਿੰਦੀ ਹਾਂ, ਜ਼ਰੂਰੀ ਨਹੀਂ ਹੈ, ਇਹ ਕਈਆਂ ਨੂੰ ਔਖਾ ਵੀ ਲੱਗ ਸਕਦਾ ਹੈ ਸਾਰਾ ਲਿਖਣਾ, ਤਾਂ ਵਰਡਿੰਗ ਵੀ ਡਿਫਿਕਲਟ ਲੱਗ ਸਕਦਾ, ਤੁਸੀਂ ਆਪਣੀ ਵਰਡਿੰਗ ਦੇ ਵਿੱਚ ਲਿਖ ਸਕਦੇ ਹੋ. The sweeping arrangements are extremely poor. Heaps of garbage are seen lying in the residential areas. Even मैं ਤੁਹਾਨੂੰ ਸਮਝਾਉਣੀ ਹੈ, ਪਹਿਲੇ ਇੱਕ ਵਾਰ ਸੁਣ ਲਓ. Even public places like parks and market areas are surrounded by filth and rubbish. Water stagnation may lead to breeding of flies and mosquitoes. Such a situation may lead to outbreak of an epidemic. I must plead that this is high time to set things right. These choked drains must be cleaned immediately and potholed roads must be repaired on priority. If prompt action is not taken, the whole town will soon fall prey to the serious health crisis. Thanking you in anticipation, yours faithfully. ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕੀ ਲਿਖਣਾ ਕਿ ਸੈਨੀਟਰੀ ਕੰਡੀਸ਼ਨਸ ਵਧੀਆ ਨਹੀਂ ਹੈਗੀਆਂ. ਦ ਸੈਨੀਟਰੀ ਕੰਡੀਸ਼ਨਸ ਆਫ ਆਰ ਸਿਟੀ ਆਰ ਨਾਟ ਗੁੱਡ. ਦ ਮਿਊਨਿਸਪਲ ਕਾਰਪੋਰੇਟਰਸ ਆਰ ਨਾਟ ਪੇਇੰਗ ਮਚ ਅਟੈਂਸ਼ਨ ਟੂਵਰਡਸ ਦਿਸ ਮੈਟਰ. ਇਹ ਜਿਹੜਾ ਮੈਟਰ ਹੈ ਇਹ ਐਪੀਡੈਮਿਕ ਯਾਨੀ ਕਿ ਇੱਕ ਬਿਮਾਰੀ ਜਿਹੜੀ ਫੈਲ ਜਾਂਦੀ ਹੈ ਬਹੁਤ ਹਾਈ ਲੈਵਲ 'ਤੇ, ਠੀਕ ਹੈ ਨਾ, ਉਸ ਤਰ੍ਹਾਂ ਇਹ ਬਿਮਾਰੀਆਂ ਦਾ ਕਾਰਨ ਹੋ ਸਕਦਾ ਹੈ. ਠੀਕ ਹੈ, ਜਦ ਪ੍ਰੀ ਮੌਨਸੂਨ ਹੈ, ਬਾਰਿਸ਼ ਦਾ ਮੌਸਮ ਹੈ, ਉਦੋਂ ਵੀ ਸਾਨੂੰ ਬਹੁਤ ਮੁਸ਼ਕਿਲਾਂ ਆਉਂਦੀਆਂ ਨੇ. ਪਿਟਸ ਅਤੇ ਪੋਟ ਹੋਲਸ ਮਤਲਬ ਜਿਹੜੇ ਗੱਡੇ ਹੋਏ ਪਏ ਨੇ ਚਿੱਕੜ ਦੇ ਵਿੱਚ, ਬਹੁਤ ਔਖਾ ਹੁੰਦਾ ਹੈ ਰੋਡਸ ਆਫ ਦਾ ਸਿਟੀ. ਤੁਸੀਂ ਇਹਦੇ ਵਿੱਚ ਐਕਸੀਡੈਂਟਸ ਵੀ ਐਡ ਕਰ ਸਕਦੇ ਹੋ ਕਿ ਐਕਸੀਡੈਂਟਸ ਵੀ ਹੁੰਦੇ ਨੇ ਕਿਉਂਕਿ ਜਦ ਚਿੱਕੜ 'ਚੋਂ ਲੰਘਦੇ ਨੇ ਲੋਕ ਤਾਂ ਗਿਰ ਵਗੈਰਾ ਵੀ ਜਾਂਦੇ ਨੇ, ਸੱਟ ਵੀ ਲੱਗਦੀ ਹੈ. ਠੀਕ ਹੈ, ਤੁਸੀਂ ਇਹ ਵੀ ਲਿਖ ਸਕਦੇ ਹੋ ਬਹੁਤ ਜ਼ਿਆਦਾ ਗੰਦ ਪਿਆ ਹੋਇਆ ਹੈ. ਸਟੈਗਨੇਸ਼ਨ ਮਤਲਬ ਕਿਆ ਹੁੰਦਾ ਕਿ ਪਾਣੀ ਜਿਹੜਾ ਰੁਕਿਆ ਹੋਇਆ ਹੈ, ਖੜਿਆ ਹੋਇਆ ਹੈ, ਜਿਹਦੇ ਕਰਕੇ ਫਲਾਈਜ਼ ਜਿਹੜੀਆਂ ਨੇ ਉਹ ਬਰੀਡ ਕਰ ਸਕਦੀਆਂ ਨੇ ਅਤੇ ਮੋਸਕੀਟੋਜ਼ ਬਰੀਡ ਕਰ ਸਕਦੇ ਨੇ, ਜਿਹਦੇ ਕਰਕੇ ਕੋਈ ਬਿਮਾਰੀ ਫੈਲ ਸਕਦੀ ਹੈ. ਠੀਕ ਹੈ, ਜਿਹੜੀਆਂ ਡਰੇਨਸ ਨੇ ਇਮੀਡੀਏਟਲੀ ਪੋਰਟ ਹੋਲਸ ਰੋਡ ਮਸਟ ਬੀ ਰਿਪੇਅਰਡ, ਰੋਡਸ ਨੂੰ ਠੀਕ ਕੀਤਾ ਜਾਵੇ. ਕਹਿੰਦੇ ਜੇ ਤੁਸੀਂ ਜਲਦ ਤੋਂ ਜਲਦ ਕੋਈ ਐਕਸ਼ਨ ਨਾ ਲਿਆ ਤਾਂ ਹੋ ਸਕਦਾ ਵੀ ਸਾਰੇ ਸ਼ਹਿਰ ਨੂੰ ਇੱਕ ਬਿਮਾਰੀ ਲੱਗ ਸਕਦੀ ਹੈ. ਥੈਂਕ ਯੂ ਇਨ ਐਂਟੀਸੀਪੇਸ਼ਨ ਮਤਲਬ ਕਿ ਐਕਸਪੈਕਟੇਸ਼ਨ, ਐਂਟੀਸੀਪੇਸ਼ਨ ਮਤਲਬ ਕਿ ਉਮੀਦ ਦੇ ਵਿੱਚ ਤੁਹਾਨੂੰ ਥੈਂਕ ਯੂ ਕਰਦੇ ਹਾਂ. ਓਕੇ, ਅੱਗੇ ਚੱਲਦੇ ਹਾਂ. ਸਪੋਜ਼ ਯੂ ਆਰ ਸ਼ਿਵਾ, ਯੂ ਲਿਵ ਐਟ 1010 Model Town, Bathinda. Write a letter to the editor of the newspaper highlighting the evils of begging on the streets in your city. ਸਭ ਤੋਂ ਪਹਿਲਾਂ ਐਡਰੈਸ ਜਿਹੜਾ ਗਿਵਨ ਹੈ, ਫਿਰ ਆ ਗਈ ਡੇਟ, फिर आ गया एडिटर दा एड्रैस. ठीक है, द एडिटर द ट्रिब्यून चंडीगढ़. फिर आ गया सब्जेक्ट, फिर आ गया सर. थ्रू द कॉलम्स ऑफ योर एस्टीम्ड न्यूज़पेपर आई वुड लाइक टू ड्रॉ द अटेंशन ऑफ द जनरल पब्लिक एंड द सिविल अथॉरिटीज़ टूवर्ड्स द मीनेस ऑफ स्ट्रीट बैगिंग ऑन योर सिटी रोड्स एंड इन पब्लिक प्लेसिस. कहते मैं ਤੁਹਾਡੇ ਅਖਬਾਰ ਦੇ ਥਰੂ ਲੋਕਾਂ ਦਾ ਧਿਆਨ ਇਸ ਮਸਲੇ ਵੱਲ ਦਿਵਾਉਣਾ ਚਾਹੁੰਦਾ ਹਾਂ ਕਿ ਜਿਹੜੀਆਂ ਲੋਕਾਂ ਦਾ ਧਿਆਨ ਜਨਰਲ ਪਬਲਿਕ ਦਾ ਅਤੇ ਸਿਵਲ ਅਥੋਰਿਟੀਜ਼ ਦਾ, ਠੀਕ ਹੈ, ਜਿਹੜੀਆਂ ਕਿ ਅਥੋਰਿਟੀਜ਼ ਨੇ ਉਹਨਾਂ ਦਾ ਧਿਆਨ ਇੱਕ ਮੁੱਦੇ ਵੱਲ ਦਿਵਾਉਣਾ ਚਾਹੁੰਦਾ ਹਾਂ ਕਿ ਜਿਹੜੇ there is hardly a road or a crossing in the city where a traveller or a city goer doesn't come across a beggar. ਕਹਿੰਦੇ ਆਪਣੇ ਸ਼ਹਿਰ ਦੇ ਵਿੱਚ ਬਹੁਤ ਮੁਸ਼ਕਿਲ ਦੇ ਨਾਲ ਇਹੋ ਜਿਹਾ ਕੋਈ ਰੋਡ ਹੋਏਗਾ ਜਾਂ ਇਹੋ ਜਿਹਾ ਕੋਈ ਰੋਡ ਕ੍ਰਾਸਿੰਗ ਹੋਏਗਾ ਜਿੱਥੇ ਕੋਈ ਜਿਹੜਾ ਕਹਿੰਦੇ ਵੀ ਬੈਗਰ ਨਾ ਦਿਖੇ. ਬੈਗਿੰਗ ਪ੍ਰੈਜ਼ੈਂਟਸ ਅ ਵੈਰੀ ਪੈਥੈਟਿਕ ਸਾਈਟ ਆਫ ਅ ਸੋਸਾਇਟੀ. ਕਹਿੰਦੇ ਇਹ ਬਹੁਤ ਹੀ
ਤਰਸਯੋਗ ਸਾਈਟ ਹੁੰਦੀ ਹੈ ਸੋਸਾਇਟੀ ਦੀ। ਇਟ ਇਜ਼ ਅ ਬਿਗ ਨਿਊਸੈਂਸ, ਕਹਿੰਦੇ ਬਹੁਤ ਵੱਡੀ ਬਦਤਮੀਜ਼ੀ ਹੈ। ਇਟ ਹੈਜ਼ ਅਟੇਨਡ ਦ ਸਟੇਟਸ ਆਫ ਅ ਪ੍ਰੋਫੈਸ਼ਨ, ਕਹਿੰਦੇ ਇਹ ਇੱਕ ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ ਇੱਕ ਪ੍ਰੋਫੈਸ਼ਨ ਬਣ ਚੁੱਕਿਆ ਹੈ। ਇੱਕ ਕਹਿੰਦੇ ਵੀ ਇਹ ਕਿਆ ਬਣ ਚੁੱਕਿਆ ਹੈ, ਆਕੂਪੇਸ਼ਨ ਬਣ ਚੁੱਕਿਆ ਲੋਕਾਂ ਦਾ। ਅਮੰਗ ਦ ਸਲਮ ਡਵੈਲਰਸ ਐਂਡ ਪੂਅਰ ਪੀਪਲ ਮੋਸਟ ਆਫ ਦ ਬੈਗਰਸ ਆਰ ਹੈਲਦੀ ਪਰਸਨ, ਕਹਿੰਦੇ ਜਿਹੜੇ ਜ਼ਿਆਦਾਤਰ ਮੰਗਣ ਵਾਲੇ ਹੁੰਦੇ ਨੇ ਉਹ ਕਿਆ ਹੁੰਦੇ ਨੇ, ਹੈਲਦੀ ਪਰਸਨਸ ਹੁੰਦੇ ਨੇ, ਬਿਲਕੁਲ ਠੀਕ ਠਾਕ ਹੁੰਦੇ ਨੇ। ਦ ਪੋਸਟ ਟੂ ਬੀ ਡਿਸੇਬਲਡ ਔਰ ਸਿਕ ਟੂ ਅਰਨ ਸਿੰਪੈਥੀ ਆਫ ਦ ਇਨੋਸੈਂਟ ਸਿਟੀਜ਼ਨਸ, ਕਹਿੰਦੇ ਉਹ ਇਹ ਐਕਟਿੰਗ ਕਰਦੇ ਨੇ ਕਿ ਉਹਨਾਂ ਨੂੰ ਕੋਈ ਪਰੇਸ਼ਾਨੀ ਆ, ਉਹ ਡਿਸੇਬਲਡ ਨੇ ਅਤੇ ਉਹ ਲੋਕਾਂ ਦੀ ਹਮਦਰਦੀ ਲੈਂਦੇ ਨੇ। ਦੇ ਹੈਵ ਗਿਵਨ ਅਪ ਦ ਹੈਬਿਟ ਆਫ ਵਰਕਿੰਗ ਲਾਈਕ ਕਾਮਨ ਪੀਪਲ, ਕਹਿੰਦੇ ਉਹਨਾਂ ਨੇ ਆਮ ਲੋਕਾਂ ਵਾਂਗ ਮਿਹਨਤ ਕਰਨ ਦੀ ਜਿਹੜੀ ਆਦਤ ਹੈ ਬਿਲਕੁਲ ਹੀ ਛੱਡ ਦਿੱਤੀ ਹੈ। ਦੇ ਫਾਈਂਡ ਬੈਗਿੰਗ ਐਨ ਈਜ਼ੀਅਰ ਆਪਸ਼ਨ ਟੂ ਹਾਰਡ ਫਿਜ਼ੀਕਲੀ ਡਿਮਾਂਡਿੰਗ ਜੋਬਸ, ਕਹਿੰਦੇ ਉਹ ਸੋਚਦੇ ਨੇ ਵੀ ਭੀਖ ਮੰਗਣਾ ਇੱਕ ਆਸਾਨ ਕੰਮ ਹੈ ਕਿਹਦੇ ਨਾਲੋਂ, ਇੱਕ ਹਾਰਡ ਫਿਜ਼ੀਕਲੀ ਡਿਮਾਂਡਿੰਗ ਜੋਬਸ ਨਾਲੋਂ। ਦੇਅਰ ਆਰ ਰਿਪੋਰਟਸ ਦੈਟ ਮੈਨੀ ਆਫ ਦਿਸ ਬਰਗਰਸ ਆਰ ਇਨਵੋਲਵਡ ਇਨ ਐਂਟੀ ਸੋਸ਼ਲ ਐਕਟੀਵਿਟੀਜ਼ ਟੂ, ਕਹਿੰਦੇ ਇਹੋ ਜਿਹੀਆਂ ਵੀ ਰਿਪੋਰਟਸ ਨੇ ਕਿ ਜਿਹੜੇ ਇਹ ਮੰਗਣ ਵਾਲੇ ਭੀਖ ਮੰਗਣ ਵਾਲੇ ਭਿਖਾਰੀ ਹੁੰਦੇ ਨੇ ਐਂਟੀ ਸੋਸ਼ਲ, ਯਾਨੀ ਕਿ ਜੋ ਆਪਣੀ ਸੁਸਾਇਟੀ ਦੇ ਖਿਲਾਫ ਕੰਮ ਹੁੰਦੇ ਨੇ ਉਹਦੇ ਵਿੱਚ ਵੀ ਇਹ ਸ਼ਾਮਿਲ ਹੁੰਦੇ ਨੇ। ਦੇ ਹੈਵ ਆਲਸੋ ਇਨਕਰੋਚਡ ਮੈਨੀ ਕਰੂਸ਼ਲ ਕਾਰਨਰਸ ਇਨ ਟੂਰਿਸਟ ਪਲੇਸਿਸ ਔਰ ਪਬਲਿਕ ਪਲੇਸਿਸ, ਕਹਿੰਦੇ ਟੂਰਿਸਟ ਪਲੇਸਿਸ ਅਤੇ ਪਬਲਿਕ ਪਲੇਸਿਸ ਦੇ ਵਿੱਚ ਵੀ ਇਹਨਾਂ ਨੇ ਆਪਣੇ ਕੋਨੇ ਫੜੇ ਹੋਏ ਨੇ। ਸੱਚ ਐਲੀਮੈਂਟਸ ਹੈਵ ਸਪੋਇਲਡ ਦ ਇਮੇਜ ਆਫ ਇੰਡੀਆ, ਇਟ ਇਜ਼ ਅ ਡਿਸਟਰਬਿੰਗ ਸਾਈਟ ਟੂ ਸੀ ਬੈਗਰਸ ਔਨ ਈਚ ਟ੍ਰੈਫਿਕ ਲਾਈਟ ਆਫ ਦ ਸਿਟੀ, ਕਹਿੰਦੇ ਇਹੋ ਜਿਹੇ ਲੋਕਾਂ ਨੇ ਇੰਡੀਆ ਦੀ ਜਿਹੜੀ ਇਮੇਜ ਹੈ ਬਹੁਤ ਹੀ ਖਰਾਬ ਕਰਤੀ ਹੈ। ਅਤੇ ਇਹ ਬਹੁਤ ਹੀ ਬੁਰੀ ਗੱਲ ਹੈ ਕਿ ਆਪਾਂ ਜਿਹੜੇ ਬੈਗਰਸ ਆ ਉਹ ਦੇਖਦੇ ਹਾਂ ਹਰ ਇੱਕ ਟ੍ਰੈਫਿਕ ਲਾਈਟ ਦੇ ਆਫ ਦ ਸਿਟੀ। ਦ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਸ਼ੁੱਡ ਕ੍ਰੀਏਟ ਚੈਰੀਟੇਬਲ ਹੋਮਸ ਫॉर ਜੈਨੂਅਲ ਐਂਡ ਨੀਡੀ ਔਰ ਫਿਜ਼ੀਕਲੀ ਹੈਂਡੀਕੈਪਡ ਬੈਗਰਸ। ਫਿਰ ਆਪਾਂ ਦੱਸਣਾ ਕਿ ਜਿਹੜੀ ਵੈਲਫੇਅਰ ਡਿਪਾਰਟਮੈਂਟ ਹੈ ਉਹ ਕੀ ਕਰ ਸਕਦੀ ਹੈ, ਕਹਿੰਦੇ ਉਹ ਇੱਕ ਚੈਰੀਟੇਬਲ ਹੋਮਸ ਬਣਾ ਸਕਦੀ ਹੈ ਜੈਨੂਅਲੀ ਜਿਹੜੇ ਸੱਚਮੁੱਚ ਹੀ ਲੋੜਵੰਦ ਨੇ ਜਾਂ ਫਿਜ਼ੀਕਲੀ ਹੈਂਡੀਕੈਪਡ ਨੇ, ਜਿਨ੍ਹਾਂ ਨੂੰ ਕਿਆ ਕਹਿੰਦੇ ਉਹਨਾਂ ਨੂੰ ਜਿਹੜੇ ਸੱਚੀ ਹੀ ਜਿਹਨਾਂ ਨੂੰ ਕੋਈ ਦਿੱਕਤ ਹੈ, ਠੀਕ ਹੈ, ਉਹਨਾਂ ਲਈ ਕਿਆ ਬਣਾ ਸਕਦੀ ਹੈ, ਅਪੰਗ ਨੇ ਜਿਹੜੇ ਸੱਚਮੁੱਚ ਵਿੱਚ ਅਪੰਗ ਨੇ ਉਹਨਾਂ ਲਈ ਇੱਕ ਬਣਾ ਸਕਦੀ ਹੈ ਚੈਰੀਟੇਬਲ ਹੋਮ, ਜਿੱਥੇ ਉਹ ਚੈਰਿਟੀ ਨਾਲ ਫ੍ਰੀ ਦੇ ਵਿੱਚ ਉਹਨਾਂ ਦਾ ਇਲਾਜ ਕਰਨ, ਖਾਣਾ ਪੀਣਾ ਦੇਣ। ਅਦਰ ਹੈਲਦੀ ਐਂਡ ਏਬਲ ਬੋਡੀਡ ਬੈਗਰ ਸ਼ੁੱਡ ਬੀ ਸੈਂਟ ਟੂ ਦ ਰਿਫੋਰਮ ਹੋਮਸ, ਜਿਹੜੇ ਚੰਗੇ ਭਲੇ ਨੇ ਭਿਖਾਰੀ ਉਹਨਾਂ ਨੂੰ ਰਿਫੋਰਮ ਹੋਮਸ 'ਚ ਭੇਜਿਆ ਜਾਵੇ। ਜੇ ਸ਼ੁੱਡ ਬੀ ਟ੍ਰੇਨਡ ਇਨ ਵੋਕੇਸ਼ਨਸ ਟੂ ਅਰਨ ਰਿਸਪੈਕਟੇਬਲ ਲਿਵਿੰਗ, ਉਹਨਾਂ ਨੂੰ ਕੋਈ ਕੰਮ ਸਿਖਾਇਆ ਜਾਵੇ ਜਿਹਦੇ ਕਾਰਨ ਉਹ ਕਮਾ ਸਕਣ। ਵੀ ਐਜ਼ ਅ ਸੁਸਾਇਟੀ ਮਸਟ ਰਾਈਜ਼ ਅਬਵ ਆਰ ਰੇਜ਼ਿਸ ਟੂ ਹੈਲਪ ਥੀਸ ਇਗਨੋਰਡ ਸੈਕਸ਼ਨਸ, ਕਹਿੰਦੇ ਆਪਾਂ ਨੂੰ ਐਜ਼ ਅ ਸੁਸਾਇਟੀ ਆਪਣੇ ਰੇਜ਼ਿਸ ਤੋਂ ਉੱਤੇ ਉੱਠਣਾ ਚਾਹੀਦਾ ਹੈ ਅਤੇ ਜਿਹੜੇ ਆਹ ਇਗਨੋਰਡ ਸੈਕਸ਼ਨਸ ਨੇ ਜਿਨ੍ਹਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ ਉਹਨਾਂ ਦਾ ਵੀ ਧਿਆਨ ਰੱਖਣਾ ਚਾਹੀਦਾ। ਐਵਰੀ ਸਿਟੀਜ਼ਨ ਮਸਟ ਟੇਕ ਕੇਅਰ ਨਾਟ ਟੂ ਇਨਕਰੇਜ ਦ ਈਵਲ ਆਫ ਬੈਗਿੰਗ ਬਾਈ ਗਿਵਿੰਗ ਈਜ਼ੀ ਮਨੀ ਟੂ ਦ ਲੇਜ਼ੀ ਐਂਡ ਦ ਚੀਟਸ, ਕਹਿੰਦੇ ਆਸਾਨੀ ਨਾਲ ਹੀ ਭਿਖਾਰੀਆਂ ਨੂੰ ਪੈਸੇ ਨਹੀਂ ਦੇ ਦੇਣੇ ਚਾਹੀਦੇ ਅਤੇ ਉਹਨਾਂ ਨੂੰ ਬੜਾਵਾ ਯਾਨੀ ਕਿ ਉਹਨਾਂ ਨੂੰ ਹੱਲਾਸ਼ੇਰੀ ਨਹੀਂ ਦੇਣੀ ਚਾਹੀਦੀ ਆਸਾਨੀ ਨਾਲ ਪੈਸੇ ਦੇ ਕੇ। ਇਹਨਾਂ ਨਾਲ ਉਹਨਾਂ ਦਾ ਹੌਸਲਾ ਅਫਜ਼ਾਈ ਹੁੰਦੀ ਹੈ ਅਤੇ ਹੌਸਲਾ ਵੱਧਦਾ ਹੈ ਅਤੇ ਫਿਰ ਉਹ ਇਹੀ ਕੰਮ ਕੰਟੀਨਿਊ ਕਰਨਗੇ। ਵੀ ਮਸਟ ਰਿਜ਼ੋਲਵ ਟੂ ਜਨਰੇਟ ਅਵੇਅਰਨੈਸ ਅਮੰਗ ਆਲ ਦ ਸੈਕਸ਼ਨਸ ਆਫ ਦ ਸੋਸਾਇਟੀ ਟੂ ਕ੍ਰੀਏਟ ਬੈਟਰ ਓਪਰਚੁਨਿਟੀਜ਼ ਫॉर ਰਿਸਪੈਕਟੇਬਲ ਅਰਨਿੰਗ ਫॉर ਦਿਸ ਬੈਗਰਸ, ਕਹਿੰਦੇ ਆਪਾਂ ਨੂੰ ਉਹਨਾਂ ਲਈ ਬੈਟਰ ਓਪਰਚੁਨਿਟੀਜ਼ ਕ੍ਰੀਏਟ ਕਰਨੀਆਂ ਚਾਹੀਦੀਆਂ ਤਾਂ ਕਿ ਉਹ ਰਿਸਪੈਕਟੇਬਲ ਅਰਨਿੰਗ ਕਰ ਸਕਣ। ਹੋਪ ਦ ਗਵਰਨਮੈਂਟ ਟੇਕਸ ਅਪਰੋਪਰੀਏਟ ਐਕਸ਼ਨ ਟੂ ਚੈੱਕ ਦ ਸਪਰੈਡ ਆਫ ਦਿਸ ਈਵਲ ਇਨ ਆਰ ਸੋਸਾਇਟੀ। ਯੂਅਰਸ ਫੇਥਫੁਲੀ ਸ਼ਿਵਾ। ਅੱਗੇ ਚੱਲਦੇ ਹਾਂ ਨੈਕਸਟ ਲੈਟਰ ਦੇ ਵੱਲ। ਇਮੈਜਿਨ ਯੂ ਆਰ ਹਰਮਨ, ਯੂ ਲਿਵ ਐਟ ਦਿਸ ਐਡਰੈਸ ਦਿੱਤਾ ਹੋਇਆ। ਰਾਈਟ ਅ ਲੈਟਰ ਟੂ ਦ ਐਡੀਟਰ ਆਫ ਅ ਨਿਊਜ਼ਪੇਪਰ ਐਕਸਪ੍ਰੈਸਿੰਗ ਯੂਰ ਵਿਊਜ਼ ਔਨ ਦ ਗਰੋਇੰਗ ਯੂਜ਼ ਆਫ ਅਨਫੇਅਰ ਮੀਨਸ ਇਨ ਦ ਐਗਜ਼ਾਮੀਨੇਸ਼ਨ ਥੀਸ ਡੇਜ਼। ਸਭ ਤੋਂ ਪਹਿਲਾਂ ਸੈਂਡਰਸ ਐਡਰੈਸ, ਫਿਰ ਡੇਟ, ਇਹਦੇ ਵਿੱਚ ਤੁਸੀਂ ਇੱਕ ਲਾਈਨ ਵੀ ਛੱਡ ਸਕਦੇ ਹੋ। ਫਿਰ ਐਡੀਟਰਸ ਐਡਰੈਸ, ਫਿਰ ਆ ਗਿਆ ਸਬਜੈਕਟ, ਫਿਰ ਆ ਗਿਆ ਸਰ। I would like to use the columns of your newspaper to share my views। ਇਹ ਵਾਲੀ ਲਾਈਨ ਤਾਂ ਤੁਸੀਂ ਪੱਕੀ ਹੀ ਰੱਖ ਲਓ, ਕੋਈ ਵੀ ਲੈਟਰ ਟੂ ਐਡੀਟਰ ਆ ਜਾਏ ਪਹਿਲੀ ਲਾਈਨ ਤਾਂ ਪੱਕੀ ਰੱਖ ਲਓ। ਫਿਰ ਅਬਾਊਟ ਦ, ਫਿਰ ਇੱਥੇ ਸਬਜੈਕਟ ਲਿਖ ਦਿਓ। ਵੈਸੇ ਸਬਜੈਕਟ ਆਪਾਂ ਨੇ ਇੱਥੇ ਵੀ ਲਿਖਿਆ ਬਟ ਤੁਸੀਂ ਇੱਥੇ ਵੀ ਯੂਜ਼ ਕਰ ਸਕਦੇ ਹੋ ਉਹਨੂੰ ਥੋੜ੍ਹਾ ਜਿਹਾ ਵਰਡਿੰਗ ਨੂੰ ਚੇਂਜ ਕਰਕੇ। ਅਬਾਊਟ ਦ ਯੂਜ਼ ਆਫ ਅਨਫੇਅਰ ਮੀਨਸ ਇਨ ਦ ਐਗਜ਼ਾਮੀਨੇਸ਼ਨ ਥੀਸ ਡੇਜ਼, ਦਿਸ ਇਜ਼ ਅ ਵੈਰੀ ਸੈਡ ਸਿਚੁਏਸ਼ਨ ਐਜ਼ ਵੀ ਸੀ ਦ ਯੰਗ ਸਟੂਡੈਂਟਸ ਇੰਗੇਜਡ ਇਨ ਸੱਚ ਮੀਨ ਪ੍ਰੈਕਟਿਸਿਸ। ਦ ਪ੍ਰੋਬਲਮ ਆਫ ਕਾਪਿੰਗ ਚੀਟਿੰਗ, ਯਾਨੀ ਕਿ ਚੀਟਿੰਗ ਦੀ ਦਿੱਕਤ ਨੂੰ ਲੈ ਕੇ ਦੱਸਿਆ ਹੋਇਆ। ਹੈਜ਼ ਬਿਕਮ so prevalent that students find it as an easy way to success. Even some teachers and many parents are found involved in this dirty act. The menace of copying has assumed serious proportions. Many private coaching centers and touts exploit the weaknesses in the examination system. They mislead the students to earn money. Many anti-social elements also jump in the fray. Many cases of impersonation are often found during the exams. Cheating in the examinations is a problem. It
It not only harms the student but also produces underprepared youngsters for the challenges of the real world. We must ensure that it is tackled at the earliest if our students have to compete with the best in the world. We need a very sincere and well planned effort to control this evil practice. It must be dealt with as much seriousness as possible. Students, teachers, parents, and all the concerned sections of the society must be involved in spread awareness about the ill effects of such unfair practices. Help may be taken from the police if required. Please remember this problem needs urgent solution. Let's join hands to eradicate this unfair practice. Thanking you, yours faithfully, Harman. ਹੁਣ ਮੈਂ ਤੁਹਾਨੂੰ ਦੱਸਦੀ ਹਾਂ ਚ ਲਿਖਣਾ ਕੀ ਹੈ। ਤੁਸੀਂ ਲਿਖਣਾ ਕਿ ਅੱਜ ਕੱਲ੍ਹ ਦੇ ਜਿਹੜੇ ਯੰਗਸਟਰਸ ਨੇ ਉਹ ਅਨਫੇਅਰ ਮੀਨਸ ਲਾਈਕ ਕਾਪਿੰਗ ਦੇ ਵਿੱਚ ਇਨਵੋਲਵਡ ਨੇ। ਹਾਂ, ਇੱਥੇ ਤੱਕ ਕਿ ਉਹਨਾਂ ਦੇ ਜਿਹੜੇ ਅਧਿਆਪਕ ਨੇ, ਜਿਹੜੇ ਟੀਚਰ ਨੇ, ਅਤੇ ਜਿਹੜੇ ਉਹਨਾਂ ਦੇ ਪੇਰੈਂਟਸ ਨੇ, ਉਹ ਵੀ ਉਹਨਾਂ ਦੀ ਹੈਲਪ ਕਰਦੇ ਨੇ, ਮਦਦ ਕਰਦੇ ਨੇ, ਜਿਹਦੇ ਨਾਲ ਆਪਾਂ ਅੰਡਰ ਪ੍ਰੀਪੇਅਰਡ ਯਾਨੀ ਕਿ ਜਿੰਨੀ ਲੋੜ ਹੈ ਉਸ ਤੋਂ ਵੀ ਘੱਟ ਪ੍ਰੀਪੇਅਰ ਵਾਲੇ, ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਕਿਸ ਤਰ੍ਹਾਂ ਪੜ੍ਹਨਾ ਹੈ, ਕਿ ਕੀ ਹੈ ਪੜ੍ਹਾਈ ਹੈ ਕੀ, ਠੀਕ ਹੈ, ਉਹ ਆਪਣੀ ਜ਼ਿੰਦਗੀ ਦੇ ਵਿੱਚ ਕੀ ਬਣਨਗੇ ਫਿਰ ਅੱਗੇ ਜਾ ਕੇ। ਜੇ ਕੁਛ ਫਰਜ਼ੀ ਡਾਕੂਮੈਂਟਸ ਨਾਲ ਕੁਛ ਬਣ ਵੀ ਜਾਂਦੇ ਨੇ, ਫਰਜ਼ੀ ਹੁੰਦੇ ਨੇ ਜਿਹੜੇ ਡਾਕੂਮੈਂਟਸ, ਜੇ ਉਹਨਾਂ ਨਾਲ ਦਸਤਾਵੇਜ਼ ਨਾਲ ਕੁਛ ਬਣ ਵੀ ਜਾਂਦੇ ਨੇ, ਤਾਂ ਕੀ ਹੋਏਗਾ ਫਿਰ ਭਾਰਤ ਦਾ ਭਵਿੱਖ। ਕਹਿੰਦੇ ਆਪਾਂ ਨੂੰ ਇਸ ਪ੍ਰੋਬਲਮ ਨੂੰ ਇਰੈਡੀਕੇਟ ਯਾਨੀ ਕਿ ਖ਼ਤਮ ਕਰਨ ਦੇ ਲਈ 2-3 ਚੰਗੇ ਸ਼ਬਦ ਚੁਣ ਲਿਆ ਕਰੋ ਜਿਹੜੇ ਤੁਹਾਨੂੰ ਲੱਗਦੇ ਨੇ ਵੀ ਹਾਂ ਇਹ ਵਧੀਆ ਵੀ ਨੇ ਅਤੇ ਮੈਂ ਇਹਨਾਂ ਨੂੰ ਯਾਦ ਵੀ ਰੱਖ ਸਕਦਾ ਪੇਪਰ ਤੱਕ ਅਤੇ ਸਮਝ ਵੀ ਆ ਜਾਣਗੇ, ਤਾਂ ਉਹ ਤੁਸੀਂ ਯੂਜ਼ ਕਰ ਲਿਆ ਕਰੋ, ਅੰਡਰਲਾਈਨ ਕਰ ਦਿਆ ਕਰੋ। ਇਰੈਡੀਕੇਟ ਮਤਲਬ ਕਿ ਰਿਮੂਵਲ, ਖ਼ਤਮ ਕਰਨਾ, ਠੀਕ ਹੈ। ਫਿਰ ਕਹਿੰਦੇ ਪੁਲਿਸ ਦੀ ਵੀ ਹੈਲਪ ਲਈ ਜਾ ਸਕਦੀ ਹੈ। ਆਪਾਂ ਐਂਡ 'ਚ ਇਹ ਵੀ ਤਾਂ ਦੱਸਣਾ ਹੁੰਦਾ ਨਾ ਕਿ ਕੀ ਕੀਤਾ ਜਾ ਸਕਦਾ ਹੈ, ਤਾਂ ਉੱਥੇ ਆਪਾਂ ਪਹਿਲਾਂ ਦੱਸਿਆ ਸੀਗਾ ਵੀ ਇੱਕ ਚੈਰਿਟੀ ਹੋਮ ਬਣਾਇਆ ਜਾਵੇ। ਇੱਥੇ ਆਪਾਂ ਦੱਸਿਆ ਕਿ ਪੁਲਿਸ ਦੀ ਹੈਲਪ ਵੀ ਲਈ ਜਾ ਸਕਦੀ ਹੈ। ਅਤੇ ਇਸ ਕਹਿੰਦੇ ਇਸ ਮੈਟਰ ਨੂੰ, ਇਸ ਮਸਲੇ ਨੂੰ ਜਲਦ ਤੋਂ ਜਲਦ ਇੱਕ ਮਤਲਬ ਨੀਡ ਹੈ ਕਿ ਆਪਾਂ ਇਸ ਨਾਲ ਡੀਲ ਕਰੀਏ। ਇਹ ਸਾਰਾ ਕੁਛ ਆਪਾਂ ਨੇ ਲਿਖ ਦੇਣਾ। ਕੁਛ ਤੁਹਾਨੂੰ ਐਂ ਟੈਨਸ਼ਨ ਲੈਣ ਦੀ ਲੋੜ ਨਹੀਂ ਵੀ ਸੇਮ ਟੂ ਸੇਮ ਹੀ ਲਿਖਣਾ ਹੈ, ਤੁਸੀਂ ਆਪਣੇ ਵੱਲੋਂ ਵੀ ਲਿਖ ਸਕਦੇ ਹੋ। ਹੁਣ ਅਗਲਾ ਲੈਟਰ ਛੋਟਾ ਜਿਹਾ ਹੀ ਹੈ। ਸਪੋਜ਼ ਯੂ ਆਰ ਰਣਵਿਜੇ, ਯੂ ਲੀਵ ਐਟ ਦਿਸ, ਰਾਈਟ ਅ ਲੈਟਰ ਟੂ ਐਡੀਟਰ ਆਫ ਨਿਊਜ਼ਪੇਪਰ ਫॉर ਚੇਂਜ ਆਫ ਨੇਮ, ਐਡਰੈਸ, ਡੇਟ, ਦ ਐਡੀਟਰ, ਦ ਹਿੰਦੁਸਤਾਨ ਟਾਈਮਸ, ਚੰਡੀਗੜ੍ਹ। ਐਡਰੈਸ ਦੇਖੋ ਧਿਆਨ ਨਾਲ ਲਿਖਿਓ, ਤੁਹਾਡਾ ਤਾਂ ਗਿਵਨ ਹੀ ਹੈ, ਬਟ ਜਿਹੜਾ ਐਡੀਟਰ ਦਾ ਐਡਰੈਸ ਹੈ ਹਿੰਦੁਸਤਾਨ ਟਾਈਮਸ ਲਿਖ ਰਹੇ ਹੋ ਤਾਂ ਚੰਡੀਗੜ੍ਹ ਲਿਖਣਾ ਹੀ ਇੰਪੋਰਟੈਂਟ ਹੈ। ਇੱਦਾਂ ਨਹੀਂ ਕਿ ਤੁਸੀਂ ਖੰਨਾ ਲਿਖ ਦੋਗੇ, ਓਕੇ, ਬਿਕੋਜ਼ ਜਿਹੜਾ ਹਿੰਦੁਸਤਾਨ ਟਾਈਮਸ ਦਾ ਮੇਨ ਜਿਹੜਾ ਸੈਂਟਰ ਹੈ ਉਹ ਚੰਡੀਗੜ੍ਹ ਦੇ ਵਿੱਚ ਹੈ। ਫਿਰ ਆ ਜਾਏਗਾ ਸਬਜੈਕਟ ਚੇਂਜ ਆਫ ਨੇਮ। ਸਰ ਪਲੀਜ਼ ਇੰਟੀਮੇਟ ਦ cost of publication of the following matter in the next weekly issue of your newspaper to enable me to stand the amount by demand draft at the address to be given by you। ਕਹਿੰਦੇ ਮੈਨੂੰ ਦੱਸ ਦਿਓ ਵੀ ਕਿੰਨਾ ਖਰਚਾ ਹੋਏਗਾ ਪਬਲੀਕੇਸ਼ਨ ਕਰਵਾਉਣ ਦਾ, ਜਿਵੇਂ ਆਹ ਸਮੱਸਿਆ ਬਾਰੇ ਮੈਂ ਜਿਹੜੀ ਅੱਗੇ ਦੱਸੀ ਹੋਈ ਹੈ ਵੀਕਲੀ ਇਸ਼ੂ ਦੇ ਵਿੱਚ ਨਿਊਜ਼ਪੇਪਰ ਦੇ ਵਿੱਚ, ਤਾਂ ਕਿ ਮੈਂ ਤੁਹਾਨੂੰ ਉਨੀ ਅਮਾਊਂਟ ਭੇਜ ਸਕਾਂ ਜਿਹੜਾ ਐਡਰੈਸ ਤੁਸੀਂ ਮੈਨੂੰ ਦੋਗੇ ਉੱਥੇ। ਮੇ ਇਟ ਬੀ ਨੋਨ ਦੈਟ ਆਈ ਰਣਵਿਜੇ, son of Shri Bharat Singh, class 12th of SD Senior Secondary School ਖੰਨਾ ਪੰਜਾਬ, have changed my name from ਰਾਮ ਕੁਮਾਰ to ਰਣਵਿਜੇ ਸਿੰਘ। ਕਹਿੰਦੇ ਵੀ ਮੈਂ ਆਪਣਾ ਰਾਮ ਕੁਮਾਰ ਤੋਂ ਰਣਵਿਜੇ ਰੱਖ ਲਿਆ। ਥੈਂਕਿੰਗ ਯੂ ਇਨ ਐਂਟੀਸੀਪੇਸ਼ਨ, yours faithfully ਰਣਵਿਜੇ। ਇੱਥੇ ਬਹੁਤੀਆਂ ਕਹਾਣੀਆਂ ਲਿਖਣ ਦੀ ਲੋੜ ਨਹੀਂ, ਸਿਰਫ ਤੁਸੀਂ ਨੇ ਇੰਨਾ ਦੱਸ ਦੇਣਾ ਹੈ ਕਿ ਤੁਸੀਂ ਆਪਣਾ ਨਾਮ ਬਦਲ ਲਿਆ, ਕੀ ਖਰਚਾ ਹੈ ਮੈਨੂੰ ਦੱਸ ਦਿਓ। ਆਹ ਲਾਈਨ ਤੁਸੀਂ ਇੱਥੇ ਤੋਂ ਲੈ ਕੇ ਇੱਥੇ ਤੱਕ ਪ੍ਰੋਪਰਲੀ ਇਸ ਨੂੰ ਯਾਦ ਕਰ ਲੈਣਾ ਹੈ, ਓਕੇ। yours faithfully ਰਣਵਿਜੇ ਪੱਕਾ ਹੀ ਲਿਖਣਾ ਹੈ, ਅਤੇ ਜਿਹੜਾ ਨਾਮ ਗਿਵਨ ਹੈ ਉਹੀ ਲਿਖਣਾ। ਆਪਣਾ ਨਾਮ ਪਲੀਜ਼ ਨਾ ਲਿਖ ਕੇ ਆ ਜੋ ਤੁਹਾਡੇ ਨੰਬਰ ਕੱਟੇ ਜਾਣਗੇ। ਹੁਣ ਆਪਾਂ ਕਰਦੇ ਹਾਂ ਰਾਈਟ ਅ ਲੈਟਰ ਟੂ ਦ ਪੋਸਟ ਮਾਸਟਰ ਜਨਰਲ ਕੰਪਲੇਨਿੰਗ ਅਬਾਊਟ ਦ ਡਿਲੇ ਇਨ ਦ ਡਿਲੀਵਰੀ ਆਫ ਮੇਲ ਸੈਂਡ ਟੂ ਯੂ ਬਾਈ ਦ ਪੋਸਟਮੈਨ ਐਂਡ ਆਸਕਿੰਗ ਹਿਮ ਟੂ ਇਨਵੈਸਟੀਗੇਟ ਦ ਮੈਟਰ। ਕਹਿੰਦੇ ਵੀ ਪੋਸਟ ਮਾਸਟਰ ਜਨਰਲ ਨੂੰ ਕੰਪਲੇਨ ਕਰਦੇ ਹੋਏ ਦੱਸਣਾ ਹੈ ਕਾਹਦੇ ਬਾਰੇ, ਵੀ ਜਿਹੜੀ ਤੁਹਾਡੀ ਡਿਲੀਵਰੀ ਸੀ ਇੱਕ ਮੇਲ ਦੀ ਡਿਲੇ ਹੋ ਗਈ ਹੈ, ਮਤਲਬ ਲੇਟ ਹੋ ਗਈ ਹੈ, ਅਤੇ ਪੋਸਟ ਮਾਸਟਰ ਬਾਰੇ ਮਤਲਬ ਪੋਸਟਮੈਨ ਨੇ ਉਹਨੂੰ ਦਿੱਤਾ ਨਹੀਂ, ਅਤੇ ਇਨਵੈਸਟੀਗੇਟ ਕਰਨ ਬਾਰੇ ਦੱਸੋ। ਫਿਰ ਐਡਰੈਸ ਲਿਖ ਦਿਓ, ਡੇਟ ਲਿਖ ਦਿਓ, ਫਿਰ ਪੋਸਟ ਮਾਸਟਰ ਜਨਰਲ ਦਾ ਐਡਰੈਸ, ਅਤੇ ਫਿਰ ਉਹਦੀ ਸਿਟੀ। ਫਿਰ ਸਬਜੈਕਟ ਸਰ, ਸਬਜੈਕਟ ਲਿਖ ਕੇ ਸਰ ਆਈ ਵੁੱਡ ਲਾਈਕ ਟੂ ਬ੍ਰਿੰਗ ਟੂ ਯੂ ਨੋਟਿਸ ਦੈਟ ਕੇਅਰਲੈਸਨੈਸ ਆਫ ਦ ਪੋਸਟਮੈਨ ਆਫ ਮਾਈ ਏਰੀਆ। ਪੋਸਟਮੈਨ ਦੀਆਂ ਬੁਰਾਈਆਂ ਕਰਨੀਆਂ ਨੇ ਬਸ। ਮਿਸਟਰ ਸਵਰਨ ਸਿੰਘ ਉਹਦਾ ਨਾਮ ਦੱਸ ਦੇਣਾ ਹੈ। ਹੀ ਹੈਜ਼ ਬਿਨ ਕੁਆਇਟ ਇਰੈਗੂਲਰ ਇਨ ਦ ਰੀਸੈਂਟ ਪਾਸਟ, ਹੀ ਸਕਿਪ 2 to 3 days ਇਨ ਅ ਵੀਕ। ਕਹਿੰਦੇ ਉਹ ਇੰਨਾ ਇਰੈਗੂਲਰ ਹੈ, ਰੋਜ਼ ਨਹੀਂ ਆਉਂਦਾ ਹੈਗਾ। ਉਹਨੇ ਰੀਸੈਂਟਲੀ 2 ਦਿਨ ਛੁੱਟੀ ਵੀ ਮਾਰੀ। ਓਨਲੀ ਲਾਸਟ ਵੀਕ ਆਈ ਵਾਜ਼ ਟੂ ਰਿਸੀਵ ਐਨ ਇੰਟਰਵਿਊ ਲੈਟਰ ਫॉर ਅ ਜੋਬ। ਕਹਿੰਦੇ ਲਾਸਟ ਵੀਕ ਹੀ, ਪਿਛਲੇ ਹਫਤੇ ਹੀ, ਲਾਸਟ ਵੀਕ ਮੈਂ ਇੱਕ ਲੈਟਰ ਰਿਸੀਵ ਕਰਨਾ ਸੀਗਾ ਜਿਹਦੇ ਵਿੱਚ ਇੰਟਰਵਿਊ ਬਾਰੇ ਦੱਸਿਆ ਹੋਇਆ ਸੀ ਅਤੇ ਮੇਰੀ ਨੌਕਰੀ ਲੱਗਣੀ ਸੀ। ਇਟ ਵਾਜ਼ ਟੂ ਬੀ ਡਿਲੀਵਰਡ ਬਾਈ ਲਾਸਟ ਫਰਾਈਡੇ। ਕਹਿੰਦੇ ਉਹ ਲਾਸਟ ਫਰਾਈਡੇ ਯਾਨੀ ਕਿ ਸ਼ੁੱਕਰਵਾਰ, ਆਈ ਡੋਂਟ ਨੋ, ਵੀਰਵਾਰ, ਸ਼ੁੱਕਰਵਾਰ, ਯੈਸ ਸ਼ੁੱਕਰਵਾਰ ਨੂੰ ਮਿਲਣਾ ਚਾਹੀਦਾ ਸੀ, ਬਟ
ਉਹ ਮੈਨੂੰ ਇਸ ਵੈਡਨਸਡੇ ਯਾਨੀ ਕਿ ਬੁੱਧਵਾਰ ਨੂੰ ਮਿਲਿਆ ਹੈ। ਬਿਕੋਜ਼ ਆਫ ਹਿਸ ਕੇਅਰਲੈਸਨੈਸ ਆਈ ਕੁਡ ਨਾਟ ਅਟੈਂਡ ਦ ਇੰਟਰਵਿਊ ਐਂਡ ਇਟ ਡਿਪਰਾਈਵਡ ਮੀ ਆਫ ਅ ਗੁੱਡ ਜੌਬ। ਕਹਿੰਦੇ ਉਹਦੀ ਕੇਅਰਲੈਸਨੈਸ ਕਾਰਨ ਮੈਨੂੰ ਇਹ ਲੈਟਰ ਨਹੀਂ ਮਿਲਿਆ ਅਤੇ ਮੈਂ ਇੰਟਰਵਿਊ ਨਹੀਂ ਦੇ ਪਾਇਆ ਅਤੇ ਮੈਨੂੰ ਇੱਕ ਘਾਟਾ ਪੈ ਗਿਆ ਕਿ ਮੈਨੂੰ ਇੰਨੀ ਵਧੀਆ ਜੌਬ ਨਹੀਂ ਮਿਲੀ। ਠੀਕ ਹੈ। ਹੀ ਰਿਮੇਨਸ ਐਬਸੈਂਟ ਫਰੋਮ ਡਿਊਟੀ ਵਿਦਾਊਟ ਐਨੀ ਪ੍ਰਾਇਰ ਲੀਵ। ਕਹਿੰਦੇ ਉਹ ਕੋਈ ਲੀਵ ਨਹੀਂ ਲੈਂਦਾ, ਕੋਈ ਜਾਣਕਾਰੀ ਨਹੀਂ ਦਿੰਦਾ, ਪਹਿਲਾਂ ਨਹੀਂ ਦੱਸਦਾ ਵੀ ਮੈਂ ਨਹੀਂ ਆਊਂਗਾ। ਮੈਨੀ ਅਦਰ ਪੀਪਲ ਇਨ ਦ ਲੋਕੈਲਿਟੀ ਹੈਵ ਆਲਸੋ ਸਫਰਡ ਬਿਕੋਜ਼ ਆਫ ਹਿਸ ਐਬਸੈਂਟ। ਕਹਿੰਦੇ ਹੋਰ ਲੋਕ ਵੀ ਸਾਡੇ ਏਰੀਆ ਦੇ ਵਿੱਚ ਰਹਿਣ ਵਾਲਿਆਂ ਨੇ ਵੀ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ ਉਹਦੀ ਇਸ ਅਣਗਹਿਲੀ ਕਾਰਨ। ਔਨ ਆਸਕਿੰਗ ਅਬਾਊਟ ਹਿਸ ਇਰੈਗੂਲਰਿਟੀ ਔਨ ਡਿਊਟੀ ਹੀ ਸਟਾਰਟਸ ਕੁਆਰਲਿੰਗ ਐਂਡ ਮਿਸਬਿਹੇਵਸ ਵਿਦ ਦ ਰੈਜ਼ੀਡੈਂਟਸ। ਕਹਿੰਦੇ ਜੇ ਅਸੀਂ ਉਹਨੂੰ ਕਹਿੰਦੇ ਹਾਂ ਵੀ ਤੂੰ ਲੇਟ ਕਿਉਂ ਹੈ ਜਾਂ ਤੂੰ ਆਉਂਦਾ ਕਿਉਂ ਨਹੀਂ ਹੈ ਤਾਂ ਫਿਰ ਉਹ ਸਾਡੇ ਨਾਲ ਲੜਨ ਲੱਗ ਜਾਂਦਾ। ਕੁਆਰਲਿੰਗ ਮੀਨਸ ਲੜਨਾ, ਮਿਸਬਿਹੇਵ ਮਤਲਬ ਮੰਦ ਵਰਤਾਓ ਕਰਨਾ, ਬੁਰਾ ਵਰਤਾਓ ਜਾਂ ਦੁਰਵਰਤਾਓ ਕਰਨਾ। ਠੀਕ ਹੈ। ਕਾਈਂਡਲੀ ਲੁੱਕ ਇਨਟੂ ਦ ਮੈਟਰ ਐਂਡ ਟੇਕ ਸਟੈਪਸ ਟੂ ਇਨਸ਼ੋਰ ਰੈਗੂਲਰ ਐਂਡ ਟਾਈਮਲੀ ਡਿਲੀਵਰੀ ਆਫ ਮੇਲ। ਕਹਿੰਦੇ ਤੁਸੀਂ ਕੋਈ ਸਟੈਪ ਲਓ ਤਾਂ ਕਿ ਇੱਕ ਰੈਗੂਲਰ ਡਿਲੀਵਰੀ ਹੋਵੇ ਮੇਲ ਦੀ ਅਤੇ ਟਾਈਮਲੀ ਹੋਵੇ। ਯੂ ਮੇ ਟ੍ਰਾਂਸਫਰ ਦਿਸ ਪੋਸਟਮੈਨ ਔਰ ਰੈਪਰੀਮੈਂਡ ਹਿਮ ਟੂ ਮੈਂਡ ਹਿਸ ਵੇਸ। ਕਹਿੰਦੇ ਜਾਂ ਤਾਂ ਤੁਸੀਂ ਇਹਨੂੰ ਟ੍ਰਾਂਸਫਰ ਕਰਾ ਦਿਓ ਪੋਸਟਮੈਨ ਨੂੰ ਜਾਂ ਫਿਰ ਉਹਨੂੰ ਸਮਝਾ ਦਿਓ ਤਾਂ ਕਿ ਉਹ ਆਪਣੇ ਤਰੀਕਿਆਂ ਆਪਣੇ ਢੰਗਾਂ ਨੂੰ ਬਦਲ ਲਵੇ। ਥੈਂਕਿੰਗ ਯੂ ਯੋਰਸ ਫੇਥਫੁਲੀ ਰਜਨੀਸ਼। ਹੁਣ ਇੱਥੇ ਨਾਮ ਤੁਹਾਡਾ ਨਹੀਂ ਦਿੱਤਾ ਹੋਇਆ ਸੀ, ਤੁਸੀਂ ਕੋਈ ਵੀ ਨਾਮ ਲਿਖ ਸਕਦੇ ਹੋ। ਈਵਨ ਕਿ ਤੁਸੀਂ XYZ ਕੈਪੀਟਲ ਕਰਕੇ ਵੀ ਲਿਖ ਸਕਦੇ ਹੋ। 6 ਲੈਟਰਸ ਨੇ, ਆਪਾਂ ਨੇ 6 ਹੀ ਕਰ ਲਏ ਨੇ। ਇਹੀ ਤੁਹਾਡੇ ਸਿਲੇਬਸ ਦੇ ਵਿੱਚ ਨੇ ਫਾਰਮਲ ਦੇ ਵਿੱਚ। ਅਤੇ ਬਾਕੀ ਜਿਹੜੀਆਂ ਐਪਲੀਕੇਸ਼ਨਸ ਨੇ ਉਹ ਮੈਂ ਤੁਹਾਨੂੰ ਇੱਕ ਹੋਰ ਵੀਡੀਓ ਬਣਾ ਕੇ ਕਰਵਾ ਦੂੰਗੀ। ਫਿਲਹਾਲ ਤੁਸੀਂ ਇੰਨਾ ਆਪਣਾ ਮਾਰਕਸ ਨੂੰ ਅਸ਼ੋਰ ਕਰ ਲਓ। ਮਿਲਦੀ ਹਾਂ ਤੁਹਾਨੂੰ ਆਪਣੀ ਅਗਲੀ ਵੀਡੀਓ ਦੇ ਵਿੱਚ। ਟਿਲ ਦੈਨ ਟੇਕ ਕੇਅਰ ਐਂਡ ਬਾਏ ਬਾਏ। ਕੀਪ ਲਰਨਿੰਗ, ਕੀਪ ਸਟੱਡਿੰਗ, ਕੀਪ ਸਪੋਰਟਿੰਗ।